बसंत की वार महल पंजवा। एक गल नोट करने वाली है कि इथे शब्द महल लिखिया है, लल्ले थले औंकड़ है। बाकी आम जिहड़ा है महला लिखिया हुंदा है ते महल दा मतलब हुंदा है शरीर जां स्वरूप। बसंत की वार महल पंजवा दा मतलब कि साहिब श्री गुरु अर्जन पातशाह जी दी उच्चारण कीती वार जो बसंत राग विच है। इस वार बारे एक छोटी जी साखी जां कहानी जोड़ी जाती है। वो ये है कि गुरु अर्जन पातशाह जी प्रशादा छक रहे सी। सॉरी, गुरु अर्जन पातशाह जी ਇਹ ਜਿਹੜੀ ਵਾਰ ਦੀ ਰਚਨਾ ਕਰ ਰਹੇ ਸੀ ਤੇ ਇਹਦੀਆਂ ਅਜੇ 3 ਪੌੜੀਆਂ ਹੀ ਰਚੀਆਂ ਸਨ ਕਿ ਲਾਂਗਰੀ ਨੇ ਆਣ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ ਲੰਗਰ ਤਿਆਰ ਹੈ ਅਤੇ ਆਪ ਦੀ ਉਡੀਕ ਪੰਗਤ ਕਰ ਰਹੀ ਹੈ ਬੈਠੀ ਸੰਗਤ। ਸੋ ਗੁਰੂ ਜੀ ਵਾਰ ਰਚਨਾ ਨੂੰ ਵਿੱਚ ਛੱਡ ਕੇ ਲੰਗਰ ਦੇ ਵਿੱਚ ਚਲੇ ਗਏ, ਇਸ ਕਰਕੇ ਇਹ ਵਾਰ ਛੋਟੀ ਰਹਿ ਗਈ। ਇਹ ਕਹਾਣੀ ਜੋੜੀ ਜਾਂਦੀ ਹੈ ਤੇ ਮੈਂ ਬੇਨਤੀ ਕਰਾਂ, ਇਸ ਕਹਾਣੀ ਦਾ ਇਸ ਵਾਰ ਦੇ ਨਾਲ ਕੋਈ ਸੰਬੰਧ ਨਹੀਂ ਹੈ। ਇਹ ਕਹਾਣੀ ਜਿਹੜੀ ਹੈ ਇਹਦੇ ਗੁਰਮਤ ਦੀ ਕਸਵੱਟੀ ਤੇ ਜਿਹੜੀ ਹੈ ਉਹ ਪੂਰੀ ਨਹੀਂ ਉਤਰਦੀ। ਸ਼ਬਦਾਰਥੀ ਵਿਦਵਾਨਾਂ ਨੇ ਵੀ ਇਸੇ ਸਾਖੀ ਨੂੰ ਦੁਹਰਾਇਆ ਹੈ, ਪਰ ਗੁਰਮਤ ਦੀ ਕਸਵੱਟੀ ਦੇ ਉੱਤੇ ਪੂਰੀ ਨਹੀਂ ਉਤਰਦੀ। ਜੇ ਮੰਨ ਵੀ ਲਿਆ ਜਾਏ ਕਿ ਗੁਰੂ ਜੀ ਪ੍ਰਸ਼ਾਦਾ ਛਕਣ ਵਾਸਤੇ ਚਲੇ ਗਏ ਤਾਂ ਫਿਰ ਉਸ ਤੋਂ ਬਾਅਦ ਵੀ ਅੱਗੇ ਲਿਖ ਸਕਦੇ ਸੀ, ਲੇਕਿਨ ਅਸਲੀ ਗੱਲ ਇਹ ਹੈ ਕਿ ਇਹ ਜੋ ਵਾਰ ਹੈ ਇਹ ਆਪਣੇ ਆਪ ਦੇ ਅੰਦਰ ਸੰਪੂਰਨ ਹੈ ਔਰ ਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਵਾਰ ਨੂੰ ਇੰਨਾ ਹੀ ਲਿਖਿਆ ਹੈ। ਬਾਕੀ ਗੁਰੂ ਜੀ ਨੇ ਸ਼ਲੋਕ ਜਿਹੜੇ ਨੇ ਸ਼ਲੋਕ ਵਾਰਾਂ ਦੇ ਨਾਲ ਆਪ ਅੰਕਿਤ ਕੀਤੇ ਨੇ, ਪਰ ਇਸ ਵਾਰ ਦੇ ਨਾਲ ਸ਼ਲੋਕ ਵੀ ਅੰਕਿਤ ਨਹੀਂ ਹਨ। ਇਸ ਵਾਰ ਦੀਆਂ 3 ਪੌੜੀਆਂ ਨੇ। ਬਸੰਤ ਕੀ ਵਾਰ ਮਹਿਲ ਪੰਜਵਾ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਓੰਕਾਰ ਤੋਂ ਭਾਵ ਇੱਕ ਸਰਬ ਵਿਆਪਕ ਪਰਮ ਸਤਿਆ, जिस करके उत्पत्ति, लैता, पालना और संचालन हुंदा है। जो सत है, सदैव है, अविनाशी है, सदा रहन वाला है। ते ऐसी परम सत्या प्रभु दे नाल जो संबंध बनदा है जां सानू ज्ञान मिलदा है जां अभेदता प्राप्त हुंदी है गुरु दी कृपा राही, यानी जो गुरु दे दसे राहां ते चलदे ने ਉਹ ਉਸ ਪ੍ਰਭੂ ਦੇ ਗੁਣਾਂ ਨਾਲ ਰਜ਼ਾ ਦੇ ਨਾਲ ਜੁੜਦੇ ਨੇ ਔਰ ਉਸ ਪ੍ਰਭੂ ਦੇ ਅੰਦਰ ਸਮਾ ਸਕਦੇ ਨੇ। ਅਗਲਾ ਬਚਨ ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ। ਨਾਮ ਦਾ ਮਤਲਬ ਰਜ਼ਾ, ਧਿਆਏ ਕੇ ਦਾ ਮਤਲਬ ਧਿਆਨ ਦੇ ਵਿੱਚ ਰੱਖ ਕੇ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਕੇ, ਹੋ ਹਰਿਆ ਭਾਈ ਦਾ ਮਤਲਬ ਹਰਾ ਹੋ। ਹਰੇ ਹੋਣ ਦਾ ਮਤਲਬ ਆਤਮਿਕ ਜੀਵਨ ਵਾਲਾ ਬਣ, ਆਪਣੇ ਅੰਦਰ ਸ਼ੁਭ ਗੁਣ, ਆਪਣੇ ਅੰਦਰ ਖੁਸ਼ੀ, ਖੁਸ਼ਹਾਲੀ ਔਰ ਚੜ੍ਹਦੀ ਕਲਾ ਪੈਦਾ ਕਰ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ हे ਭਾਈ, ਪ੍ਰਭੂ ਦੀ ਸਿਫਤ ਸਲਾਹ ਕਰਕੇ ਰੱਬੀ ਗੁਣਾਂ ਦਾ ਧਾਰਨੀ ਹੋ ਕੇ ਆਤਮਿਕ ਜੀਵਨ ਵਾਲਾ ਬਣ, ਆਪਣੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਖੇੜੇ, ਪ੍ਰਸੰਨਤਾ ਔਰ ਚੜ੍ਹਦੀ ਕਲਾ ਪੈਦਾ ਕਰ। ਕਿਉਂਕਿ ਹਰਾ ਭਰਾ ਉਸੇ ਦਾ ਜੀਵਨ ਹੀ ਹੈ ਜਿਸ ਦੇ ਜੀਵਨ ਵਿੱਚ ਗੁਣ ਨੇ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਜਿਸ ਮਨੁੱਖ ਦੀ ਸੋਚ ਵਿੱਚ, ਬੋਲਾਂ ਵਿੱਚ, ਬਿਹੇਵੀਅਰ ਵਿੱਚ ਸਤ, ਸੰਤੋਖ, ਦਇਆ, ਧਰਮ ਆਦਿਕ ਗੁਣ ਹੁੰਦੇ ਨੇ, ਉਹ ਤਨ ਔਰ ਮਨ ਕਰਕੇ ਸ਼ਾਂਤ ਔਰ ਸੁਖੀ ਹੁੰਦਾ ਹੈ। ਕਰਮ ਲਿਖੰਤੈ ਪਾਈਐ, ਇਹ ਰੁੱਤ ਸੁਹਾਈ। ਰੁੱਤ ਸੁਹਾਈ ਦਾ ਮਤਲਬ ਸੁਹਾਵਣੀ ਰੁੱਤ। ਕਿਹੜੀ ਸੁਹਾਵਣੀ ਰੁੱਤ? ਜਿਵੇਂ ਬਸੰਤ ਬਹਾਰ ਹੈ ਤਾਂ ਫੁੱਲ ਖਿੜੇ ਨੇ, ਪੱਤੀਆਂ ਨੇ, ਪੱਤੇ ਨੇ, ਚਾਰ ਚੁਫੇਰੇ, ਹਰਿਆਵਲ ਹੈ। ਇਸੇ ਤਰ੍ਹਾਂ ਜਿਹੜੀ ਅੰਦਰਲੀ ਰੁੱਤ ਹੈ ਜਿਸ ਨੂੰ ਗੁਰੂ ਜੀ ਹਰਿਆ ਭਾਈ ਕਹਿ ਰਹੇ ਨੇ, ਚੜ੍ਹਦੀ ਕਲਾ, ਸ਼ੁਭ ਗੁਣਾਂ ਵਾਲੀ ਸੋਚ, ਅੰਦਰ ਦੀ ਪ੍ਰਸੰਨਤਾ, ਖੁਸ਼ੀ, ਖੁਸ਼ਹਾਲੀ, ਸਕਾਰਾਤਮਕ ਸੋਚ, ਪ੍ਰਸੰਨਤਾ, ਆਨੰਦ, ਇਹ ਜਿਹੜੀ ਰੁੱਤ ਹੈ ਅੰਦਰਲੀ ਖੁਸ਼ਹਾਲੀ ਵਾਲੀ। ਕਰਮ ਲਿਖੰਤੈ ਪਾਈਏ ਦਾ ਮਤਲਬ ਜੇ ਸ਼ੁਭ ਸੰਸਕਾਰ ਲਿਖੇ ਹੋਣ ਤਾਂ ਇਹ ਸਾਨੂੰ ਰੁੱਤ ਮਿਲ ਸਕਦੀ ਹੈ। ਕਰਮ ਲਿਖੰਤੈ ਦਾ ਮਤਲਬ ਜਿਨ੍ਹਾਂ ਨੇ ਆਪਣੇ ਅੰਦਰ ਸ਼ੁਭ ਗੁਣ ਪੈਦਾ ਕੀਤੇ ਨੇ, ਜਿਨ੍ਹਾਂ ਨੇ ਆਪਣੇ ਅੰਦਰ ਇਹ ਸ਼ੁਭ ਲੇਖ ਲਿਖੇ ਨੇ, ਸੱਚਾਈ ਦਾ, ਦਇਆ ਦਾ, ਧਰਮ ਦਾ, ਪ੍ਰੇਮ ਦਾ, ਰੱਬੀ ਰਜਾ ਦੇ ਵਿੱਚ ਤੁਰਨ ਦਾ, ਯਾਨੀ ਰੱਬੀ ਰਜਾ ਵਿੱਚ ਤੁਰਨ ਦੇ ਨਾਲ, ਸ਼ੁਭ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਇਹ ਸੁਹਾਵਣੀ ਰੁੱਤ ਜਿਹੜੀ ਹੈ ਉਹ ਸਭ ਨੂੰ ਮਿਲ ਸਕਦੀ ਹੈ, ਪਾਈ ਜਾ ਸਕਦੀ ਹੈ। ਵਣ ਤ੍ਰਿਣ ਤ੍ਰਿਪਵਨ ਮੌਲਿਆ, ਅੰਮ੍ਰਿਤ ਫਲ ਪਾਈ। ਜਿਵੇਂ ਬਰਸਾਤ ਹੋਣ ਦੇ ਨਾਲ
ਜੰਗਲ, ਵਨਸਪਤੀ, ਸਾਰਾ ਜਗਤ ਖਿੜ ਪੈਂਦਾ ਹੈ। ਮੌਲਿਆ ਦਾ ਮਤਲਬ ਖਿੜ ਪੈਂਦਾ ਹੈ, ਹਰਾ ਭਰਾ ਹੋ ਜਾਂਦਾ ਹੈ। ਬਰਸਾਤ ਹੁੰਦੀ ਹੈ, ਚਾਰ ਚਫੇਰੇ ਹਰਿਆਵਲ ਹੁੰਦੀ ਹੈ, ਆਕਾਸ਼ ਵਿੱਚ ਉੱਡਿਆ ਹੋਇਆ ਘੱਟਾ ਬਹਿ ਜਾਂਦਾ ਹੈ, ਅਸਮਾਨ ਸਾਫ਼ ਹੁੰਦਾ ਹੈ, ਵਨਸਪਤੀ ਦੇ ਉੱਤੇ ਹਰਿਆਵਲ ਆਉਂਦੀ ਹੈ ਔਰ ਘਾਸ ਆਦਿਕ ਤੇ ਵਨਸਪਤੀ ਵਗੈਰਾ ਹਰਾ ਭਰਾ ਹੋ ਜਾਂਦਾ ਹੈ। ਇਸੇ ਤਰ੍ਹਾਂ ਅੰਮ੍ਰਿਤ ਫਲ ਪਾਈ ਦਾ ਮਤਲਬ ਜੋ ਆਤਮਿਕ ਜੀਵਨ ਦੇਣ ਵਾਲੀ ਪ੍ਰਭੂ ਦੀ ਸਿਫਤ ਸਲਾਹ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਦਾ ਜੀਵਨ ਵੀ ਹਰਾ ਭਰਾ ਹੋ ਜਾਂਦਾ ਹੈ, ਉਹਨਾਂ ਨੂੰ ਵੀ ਆਤਮਿਕ ਜੀਵਨ ਮਿਲ ਜਾਂਦਾ ਹੈ, ਉਹਨਾਂ ਦੀ ਜ਼ਿੰਦਗੀ ਦੇ ਅੰਦਰ ਵੀ ਖੁਸ਼ਹਾਲੀ ਆ ਜਾਂਦੀ ਹੈ। ਜਿਵੇਂ ਵਰਖਾ ਹੋਣ ਦੇ ਨਾਲ ਵਨਸਪਤੀ ਮੌਲ ਜਾਂਦੀ ਹੈ, ਖਿੜ ਜਾਂਦੀ ਹੈ, ਇਸੇ ਤਰ੍ਹਾਂ ਰੱਬੀ ਗੁਣਾਂ ਦੇ ਧਾਰਨੀ ਹੋਣ ਨਾਲ, ਰੱਬੀ ਰਜਾ ਵਿੱਚ ਤੁਰਨ ਦੇ ਨਾਲ, ਸਕਾਰਾਤਮਕ ਸੋਚ ਨੂੰ ਅਪਣਾਉਣ ਦੇ ਨਾਲ, ਪ੍ਰਭੂ ਦੀ ਸਿਫਤ ਸਲਾਹ ਕਰਨ ਦੇ ਨਾਲ ਆਤਮਿਕ ਜੀਵਨ ਦਾ ਫਲ ਮਿਲਦਾ ਹੈ, ਅੰਦਰ ਦਾ ਖੇੜਾ ਮਿਲਦਾ ਹੈ। ਪਰ ਐਸਾ ਹੋਏਗਾ ਕਿਵੇਂ? ਐਸੀ ਜ਼ਿੰਦਗੀ ਕੌਣ ਜੀਵੇਗਾ ਜਾਂ ਕਿਵੇਂ ਜੀਵੀ ਜਾ ਸਕਦੀ ਹੈ? ਤਾਂ ਗੁਰੂ ਜੀ ਦੱਸਦੇ ਨੇ, ਮਿਲ ਸਾਧੂ ਸੁਖ ਉਪਜੈ, ਲੱਥੀ ਸਭ ਛਾਈ। ਛਾਈ ਦਾ ਮਤਲਬ ਹੁੰਦਾ ਹੈ ਕਾਲਖ, ਮੈਲ। ਸਾਧੂ ਦਾ ਮਤਲਬ ਹੈ ਗੁਰੂ ਨੂੰ। ਗੁਰੂ ਨੂੰ ਮਿਲ ਕੇ ਆਤਮਿਕ ਸੁਖ ਮਿਲਦਾ ਹੈ ਔਰ ਜੋ ਮਨ ਦੀ ਸਾਰੀ ਮੈਲ ਲੈ ਜਾਂਦੀ ਹੈ। ਗੁਰੂ ਨੂੰ ਮਿਲ ਕੇ ਮਨ ਦੀ ਸਾਰੀ ਮੈਲ ਲੈ ਜਾਂਦੀ ਹੈ ਔਰ ਆਤਮਿਕ ਸੁਖ ਮਿਲਦਾ ਹੈ। ਦੇਖੋ, ਆਤਮਿਕ ਸੁਖ ਸਾਡੇ ਅੰਦਰ ਹੈ, ਸ਼ੁਭ ਗੁਣ ਨੇ, ਅਸੀਂ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਆਤਮਿਕ ਆਨੰਦ ਮਾਣ ਸਕਦੇ ਹਾਂ। ਪਰ ਜੋ ਆਮ ਮਨੁੱਖ ਹੈ, ਬਹੁ ਗਿਣਤੀ ਮਨੁੱਖਾਂ ਦੀ ਹੈ, ਮਨ ਦੇ ਉੱਤੇ ਮੈਲ ਹੈ ਵਿਕਾਰਾਂ ਦੀ, ਸੋਚ ਮਾੜੀ ਹੈ, ਨੈਗੇਟਿਵ ਹੈ, ਕਾਮ ਕ੍ਰੋਧ ਆਦਿਕ ਨੇ, ਝੂਠ ਹੈ, ਫਰੇਬ ਹੈ, ਧੋਖਾਧੜੀ ਹੈ। ਇਸ ਮੈਲ ਕਰਕੇ, ਮੈਲੀ ਸੋਚ ਕਰਕੇ ਜ਼ਿੰਦਗੀ ਦੇ ਅੰਦਰ ਖੁਸ਼ੀ ਨਹੀਂ ਰਹਿੰਦੀ, ਜੀਵਨ ਦੇ ਅੰਦਰ ਸ਼ਾਂਤੀ ਨਹੀਂ ਰਹਿੰਦੀ, ਜੀਵਨ ਅੰਦਰ ਪ੍ਰਸੰਨਤਾ ਨਹੀਂ ਰਹਿੰਦੀ। ਪਰ ਜਦੋਂ ਕੋਈ ਇਨਸਾਨ ਗੁਰੂ ਨੂੰ ਮਿਲਦਾ ਹੈ, ਮਤਲਬ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਮੀਨਸ ਕਿ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦਾ ਹੈ, ਉਸ ਗਿਆਨ ਨੂੰ ਸਹੀ ਯੂਜ਼ ਕਰਦਾ ਹੈ, ਤਾਂ ਉਹਦੀ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ, ਵਿਕਾਰ ਉਹਦੇ ਚੋਂ ਖਤਮ ਹੋ ਜਾਂਦੇ ਨੇ, ਉਹਦੀ ਸੋਚ ਮਹਾਨ ਹੋ ਜਾਂਦੀ ਹੈ। ਫਿਰ ਉਸ ਇਨਸਾਨ ਨੂੰ ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ, ਪ੍ਰਸੰਨਤਾ ਮਿਲਦੀ ਹੈ। ਨਾਨਕ ਸਿਮਰੈ ਏਕ ਨਾਮ, ਫਿਰ ਬਹੁੜ ਨਾ ਧਾਈ। ਧਾਈ ਦਾ ਮਤਲਬ ਹੈ ਭਟਕਣਾ। ਸਿਮਰੈ ਏਕ ਨਾਮ ਦਾ ਮਤਲਬ ਇੱਕ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਇੱਕ ਪ੍ਰਭੂ ਦੇ ਹੁਕਮ ਵਿੱਚ ਚੱਲਦਾ ਹੈ, ਯਾਦ ਰੱਖਦਾ ਹੈ। ਸਿਮਰ ਦਾ ਮਤਲਬ ਯਾਦ ਰੱਖਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਵੀ ਪ੍ਰਭੂ ਦੇ ਹੁਕਮ ਨੂੰ ਯਾਦ ਰੱਖਦਾ ਹੈ, ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ, ਜਿਸ ਕਰਕੇ ਫਿਰ ਬਹੁੜ ਨਾ ਧਾਈ, ਮੁੜ ਕੇ ਭਟਕਣਾ ਨਹੀਂ ਹੁੰਦੀ, ਜੀਵਨ ਵਿੱਚ ਭਟਕਣਾ ਨਹੀਂ ਹੁੰਦੀ, ਜੀਵਨ ਵਿੱਚ ਬੰਦਾ ਭਟਕਣਾ ਵਿੱਚ ਨਹੀਂ ਪੈਂਦਾ, ਆਤਮਿਕ ਮੌਤੇ ਨਹੀਂ ਮਰਦਾ ਔਰ ਵਿਕਾਰਾਂ ਵੱਲ ਫਿਰ ਮਨ ਭਟਕਦਾ ਨਹੀਂ। ਜਦੋਂ ਇੱਕ ਨਾਮ ਦੇ ਨਾਲ, ਇੱਕ ਰੱਬੀ ਹੁਕਮ ਦੇ ਨਾਲ ਬੰਦਾ ਜੁੜ ਜਾਂਦਾ ਹੈ, ਜਦੋਂ ਰੱਬੀ ਸਿਫਤ ਸਲਾਹ ਦੇ ਨਾਲ ਮਨ ਜੁੜ ਜਾਂਦਾ ਹੈ, ਤਾਂ ਉਸ ਤੋਂ ਬਾਅਦ ਫਿਰ ਮਨ ਭਟਕਦਾ ਨਹੀਂ ਵਿਕਾਰਾਂ ਵਿੱਚ, ਓਵਰ ਥਿੰਕਿੰਗ ਅੰਦਰ ਪੈਦਾ ਨਹੀਂ ਹੁੰਦੀ, ਮਨ ਦੇ ਅੰਦਰ ਹੋਰ ਮਾੜੇ ਵਿਚਾਰ ਨਹੀਂ ਆਉਂਦੇ ਔਰ ਮਨ ਜਿਹੜਾ ਹੈ ਸਿਰਫ ਸੱਚ ਦੇ ਨਾਲ, ਰੱਬੀ ਗੁਣਾਂ ਦੇ ਨਾਲ ਜੁੜ ਜਾਂਦਾ ਹੈ ਔਰ ਰੱਬੀ ਰਜਾ ਔਰ ਭਾਣੇ ਦੇ ਅੰਦਰ ਤੁਰਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਜੇ ਰੱਬੀ ਰਜਾ ਦੇ ਅੰਦਰ ਤੁਰਿਆ ਜਾਏ, ਰੱਬੀ ਗੁਣਾਂ ਦੇ ਧਾਰਨੀ ਹੋਇਆ ਜਾਏ, ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ ਜਾਏ, ਗੁਰੂ ਗਿਆਨ ਮੁਤਾਬਕ ਜੀਵਨ ਜੀਵਿਆ ਜਾਏ, ਤਾਂ ਮਨ ਤੋਂ ਵਿਸ਼ੇ ਵਿਕਾਰਾਂ ਦੀ ਮੈਲ ਉਤਰ ਜਾਂਦੀ ਹੈ, ਸੋਚ ਬੰਦੇ ਦੀ ਸਾਫ਼ ਸੁਥਰੀ ਹੋ ਜਾਂਦੀ ਹੈ, ਬੰਦੇ ਦੇ ਅੰਦਰ ਖੇੜਾ ਪੈਦਾ ਹੁੰਦਾ ਹੈ, ਚੜ੍ਹਦੀ ਕਲਾ ਪੈਦਾ ਹੁੰਦੀ ਹੈ, ਜੀਵਨ ਹਰਾ ਭਰਾ ਹੋ ਜਾਂਦਾ ਹੈ, ਮਤਲਬ ਮਨੁੱਖ ਮਨ ਔਰ ਤਨ ਕਰਕੇ ਸੁਖੀ ਅਤੇ ਸ਼ਾਂਤ ਹੋ ਜਾਂਦਾ ਹੈ। ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਢੋਆ ਸ਼ਬਦ ਦੇ ਕਈ ਸਾਰੇ ਅਰਥ ਵਿਦਵਾਨ ਪੁਰਸ਼ਾਂ ਨੇ ਕੀਤੇ ਨੇ। ਢੋਆ ਦਾ ਅਰਥ ਭੇਟਾ ਵੀ ਕੀਤਾ ਹੈ, ਪਰ ਇੱਥੇ ਢੋਆ ਦਾ ਅਰਥ ਹੈ ਆਸਰਾ, ਸਹਾਰਾ ਲੈਣਾ। ਪੰਜੇ ਦਾ ਮਤਲਬ ਪੰਜ, ਕਾਮ ਕ੍ਰੋਧ ਆਦਿਕ। ਮਹਾਬਲੀ ਦਾ ਮਤਲਬ ਜਿਹੜੇ ਬੜੇ ਬਲਵਾਨ ਨੇ। ਬੱਧੇ ਦਾ ਮਤਲਬ ਬੰਨ ਲੈ, ਮੀਨਸ ਕਿ ਆਪਣੇ ਵਸ ਵਿੱਚ ਕਰ ਲੈ। ਕਰ ਸੱਚਾ ਢੋਆ, ਸੱਚਾ ਢੋਆ ਦਾ ਮਤਲਬ ਸੱਚਾ ਆਸਰਾ, ਯਾਨੀ ਸੱਚ ਦਾ ਆਸਰਾ ਲੈ ਕੇ। ਸੱਚਾ ਆਸਰਾ ਕਿਹੜਾ ਹੈ? ਰੱਬੀ ਰਜਾ ਦਾ, ਰੱਬੀ ਭਾਣੇ ਦਾ, ਰੱਬੀ ਗੁਣਾਂ ਦਾ ਔਰ ਗੁਰੂ ਦੇ ਗਿਆਨ ਦਾ। ਗੁਰੂ ਗਿਆਨ ਹੀ ਇੱਕ ਸੱਚਾ ਆਸਰਾ ਹੈ, ਰੱਬੀ ਰਜਾ ਹੀ ਇੱਕ ਸੱਚਾ ਆਸਰਾ ਹੈ, ਰੱਬੀ ਗੁਣ ਹੀ ਇੱਕ ਸੱਚਾ ਆਸਰਾ ਨੇ, ਜੋ ਸਾਨੂੰ ਆਤਮਿਕ ਮੌਤ ਤੋਂ ਬਚਾਉਂਦੇ ਨੇ, ਜੋ ਸਾਡੇ ਜੀਵਨ ਦੀ ਸਫਲਤਾ ਦਾ ਕਾਰਨ ਬਣਦੇ ਨੇ।
ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਵੀ ਮਨੁੱਖ ਨੇ ਸੱਚ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ, ਆਸਰਾ ਬਣਾਇਆ, ਉਹਨੇ ਪੰਜਾਂ ਮਹਾਬਲੀਆਂ ਨੂੰ ਜਿੱਤ ਲਿਆ, ਉਹਨੇ ਪੰਜਾਂ ਮਹਾਬਲੀਆਂ ਨੂੰ ਬੰਨ੍ਹ ਲਿਆ, ਉਹਨੇ ਪੰਜਾਂ ਮਹਾਬਲੀਆਂ ਨੂੰ ਆਪਣੇ ਕਾਬੂ ਕਰ ਲਿਆ। ਜਿਵੇਂ ਗੁਰੂ ਜੀ ਦਾ ਪਾਵਨ ਬਚਨ ਨਾ ਹੋਰ ਵੀ ਥਾਂ ਤੇ, ਵਾਤ ਵੱਜਣ ਟੰਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜਿਓ। ਗੁਰੂ ਨੇ ਕੰਡ ਤੇ ਥਾਪੀ ਦਿੱਤੀ ਦਾ ਮਤਲਬ ਗੁਰੂ ਨੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ, ਗੁਰੂ ਨੇ ਵੇ ਆਫ ਲਾਈਫ ਦਿੱਤਾ, ਗੁਰੂ ਨੇ ਇੱਕ ਸੋਚ ਦਿੱਤੀ, ਤੇ ਉਸ ਗਿਆਨ ਔਰ ਸੋਚ ਨੂੰ ਅਪਣਾ ਕੇ ਮੈਂ ਇਹਨਾਂ ਪੰਜਾਂ ਵਿਕਾਰਾਂ ਨੂੰ ਨੇਣ ਲਿਆ, ਇਹਨਾਂ ਪੰਜਾਂ ਵਿਕਾਰਾਂ ਨੂੰ ਬੰਨ੍ਹ ਲਿਆ, ਆਪਣੇ ਕਾਬੂ ਕਰ ਲਿਆ। ਤਾਂ ਸੱਚਾ ਆਸਰਾ ਲੈਣਾ ਹੈ, ਤੇ ਸੱਚਾ ਆਸਰਾ ਹੈ ਗੁਰੂ ਗਿਆਨ ਦਾ। ਗੁਰੂ ਗਿਆਨ ਹੀ ਇੱਕ ਸੱਚਾ ਆਸਰਾ ਹੈ। ਗਿਆਨ ਦੇ ਆਸਰੇ ਹੀ ਬੰਦਾ ਇਸ ਜੀਵਨ ਨੂੰ ਮਹਾਨ ਬਣਾ ਸਕਦਾ ਹੈ। ਗੁਰੂ ਜੀ ਦਾ ਪਾਵਨ ਬਚਨ ਵੀ ਹੈ, ਅਕਲੀ ਸਾਹਿਬ ਸੇਵੀਐ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਪਾਈਐ ਮਾਨ। ਜੋ ਗਿਆਨ ਦੀ ਗਲਤ ਵਰਤੋਂ ਕਰਦੇ ਨੇ, ਉਹ ਆਪਣੇ ਜੀਵਨ ਨੂੰ ਬਰਬਾਦ ਕਰ ਦਿੰਦੇ ਨੇ, ਉਹ ਆਪਣੇ ਜੀਵਨ ਦੇ ਅੰਦਰ ਦੁਖਾਂਤ ਪੈਦਾ ਕਰ ਲੈਂਦੇ ਨੇ। ਪਰ ਜੋ ਸੱਚੇ ਗੁਰੂ ਗਿਆਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਉਂਦੇ ਨੇ, ਗਿਆਨ ਦੀ ਸਹੀ ਵਰਤੋਂ ਕਰਦੇ ਨੇ, ਉਹ ਜੀਵਨ ਦੇ ਅੰਦਰ ਸਫਲ ਹੁੰਦੇ ਨੇ। ਇਸ ਲਈ ਸੱਚ ਨੂੰ ਆਪਣੇ ਜੀਵਨ ਦਾ ਬੇਸ ਬਣਾਉਣਾ ਹੈ, ਰੱਬੀ ਗੁਣਾਂ ਦਾ ਸਹਾਰਾ ਲੈਣਾ ਹੈ। ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਆਪਣੇ ਜੀਵਨ ਦਾ ਆਧਾਰ ਜੋ ਬਣਾਏਗਾ, ਉਹ ਇਹਨਾਂ ਪੰਜਾਂ ਵਿਕਾਰਾਂ ਨੂੰ ਫਤਿਹ ਕਰ ਲਏਗਾ। ਆਪਣੇ ਚਰਨ ਜਪਾਇਨ ਵਿੱਚ ਦਈ ਖੜੋਆ। ਦਈ ਦਾ ਮਤਲਬ ਪ੍ਰਭੂ, ਵਿੱਚ ਦਾ ਮਤਲਬ ਉਹਦੇ ਹਿਰਦੇ ਦੇ ਅੰਦਰ, ਉਹਦੀ ਸੋਚ ਦੇ ਅੰਦਰ। ਖੜੋਆ ਦਾ ਮਤਲਬ ਆਣ ਕੇ ਖਲੋ ਗਿਆ। ਦਿਆਲੂ ਪ੍ਰਭੂ ਉਹਦੇ ਹਿਰਦੇ ਵਿੱਚ ਆ ਖਲੋਤਾ। ਹਿਰਦੇ ਵਿੱਚ ਆ ਖਲੋਤਾ ਦਾ ਮਤਲਬ ਉਹਦਾ ਸਹਾਰਾ ਬਣ ਗਿਆ। ਉਹਦੀ ਸੋਚ ਦੇ ਅੰਦਰ ਪ੍ਰਭੂ ਦੇ ਗੁਣ ਟਿਕ ਗਏ। ਆਪਣੇ ਚਰਨ ਜਪਾਇਨ, ਤੇ ਉਸਦੇ ਹਿਰਦੇ ਦੇ ਅੰਦਰ ਪ੍ਰਭੂ ਨੇ ਆਪਣੇ ਚਰਨ ਜਪਾਇਨ ਦਾ ਮਤਲਬ ਆਪਣੇ ਚਰਨ ਟਿਕਾਏ। ਚਰਨ ਟਿਕਾਏ ਦਾ ਮਤਲਬ ਕਿ ਆਪਣੇ ਗੁਣਾਂ ਦਾ ਜਾਪ ਜਪਾਇਆ, ਆਪਣੇ ਗੁਣਾਂ ਨੂੰ ਯਾਦ ਕਰਾਇਆ, ਆਪਣੇ ਗੁਣਾਂ ਨੂੰ ਇੰਪਲੀਮੈਂਟ ਕਰਾਇਆ। ਉਸਦੇ ਹਿਰਦੇ ਦੇ ਅੰਦਰ ਮਾਨੋ ਪ੍ਰਭੂ ਆਪ ਖਲੋਇਆ, ਔਰ ਪ੍ਰਭੂ ਨੇ ਉਸ ਤੋਂ ਆਪਣੇ ਗੁਣ ਗਾਵਾਏ। ਮਤਲਬ ਕਿ ਉਹਨੇ ਪ੍ਰਭੂ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਇਆ, ਔਰ ਰੱਬੀ ਗੁਣਾਂ ਨੂੰ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕੀਤਾ। ਰੱਬੀ ਗੁਣਾਂ ਨੂੰ ਉਹਨੇ ਆਪਣੀ ਵਰਤੋਂ ਦੇ ਅੰਦਰ ਲਿਆਂਦਾ। ਇਹੋ ਹੀ ਹੈ ਪ੍ਰਭੂ ਦੇ ਚਰਨਾਂ ਨੂੰ ਜਪਣਾ, ਜਾਣਨਾ। ਜਪ ਦਾ ਮਤਲਬ ਜਾਣਨਾ, ਜਪ ਦਾ ਮਤਲਬ ਸਾਂਝ ਪਾਣੀ। ਤਾਂ ਉਹਦੀ ਪ੍ਰਭੂ ਚਰਨਾਂ ਦੇ ਨਾਲ ਸਾਂਝ ਪੈ ਗਈ। ਪ੍ਰਭੂ ਨੇ ਆਪਣੇ ਗੁਣਾਂ ਦੇ ਨਾਲ ਉਹਦੀ ਸਾਂਝ ਪਵਾ ਦਿੱਤੀ। ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਿਰੋਆ। ਨਵਾਂ ਨਿਰੋਆ ਦਾ ਮਤਲਬ ਰੋਗ ਰਹਿਤ, ਅਰੋਗ। ਸਭ ਦਾ ਮਤਲਬ ਸਾਰੇ। ਤਾਂ ਜਿਸ ਮਨੁੱਖ ਨੇ ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਔਰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਵੀ, ਗੁਰੂ ਗਿਆਨ ਰਾਹੀਂ ਉਹਦੇ ਅੰਦਰੋਂ ਵਿਕਾਰਾਂ ਦੀ ਮੈਲ ਉਤਰ ਗਈ, ਤਾਂ ਉਹਦੇ ਸਾਰੇ ਰੋਗ ਔਰ ਸੰਸੇ ਮਿਟ ਗਏ, ਤੇ ਉਹ ਸਦਾ ਨਵਾਂ ਨਿਰੋਆ ਹੋ ਗਿਆ। ਨਵਾਂ ਨਿਰੋਆ ਦਾ ਮਤਲਬ ਅਰੋਗ ਹੋ ਗਿਆ। ਉਹ ਨਵਾਂ ਨਿਰੋਆ ਦਾ ਮਤਲਬ ਅਰੋਗ ਹੋ ਗਿਆ। ਉਹਦੇ ਸਾਰੇ ਮਾਨਸਿਕ ਰੋਗ ਖਤਮ ਹੋ ਗਏ। ਕਾਮ, ਕ੍ਰੋਧ, ਲੋਭ, ਮੋਹ ਆਦਿ ਕੇ ਸਾਰੇ ਰੋਗ ਹੀ ਤਾਂ ਹੈ, ਤੇ ਇਹਨਾਂ ਰੋਗਾਂ ਤੋਂ ਨਿਰਲੇਪ ਹੋਣਾ ਹੀ, ਬਚਣਾ ਹੀ ਅਰੋਗਤਾ ਹੈ। ਤੇ ਯਾਦ ਰੱਖਣਾ, ਜਿਹੜੀ ਬਾਕੀ ਜੋ ਸਾਡੀ ਅਰੋਗਤਾ ਹੈ, ਜਦੋਂ ਅਸੀਂ ਡਾਕਟਰ ਵੀਰਾਂ ਨੂੰ ਮਿਲਦੇ ਹਾਂ, ਤਾਂ ਡਾਕਟਰ ਲੋਕ ਜੋ ਨੇ ਅਰੋਗ ਕਿਹਨੂੰ ਮੰਨਦੇ ਨੇ, ਤੰਦਰੁਸਤ ਕਿਹਨੂੰ ਮੰਨਦੇ ਨੇ? ਇੱਕ ਤਾਂ ਹੈ ਬਿਮਾਰ ਬੰਦਾ, ਜਿਸ ਦੇ ਤਨ ਨੂੰ ਕੋਈ ਬਿਮਾਰੀ ਹੈ, ਚਾਹੇ ਉਹ ਬੁਖਾਰ ਹੈ, ਖਾਂਸੀ ਹੈ ਜਾਂ ਕੁਛ ਹੈ, ਉਹ ਬੰਦਾ ਬਿਮਾਰ ਹੋ ਗਿਆ। ਦੂਜੇ ਨੇ ਮਾਨਸਿਕ ਰੋਗੀ, ਜਿਨ੍ਹਾਂ ਨੂੰ ਕੋਈ ਮਾਨਸਿਕ ਰੋਗ ਹੈ, ਡਿਪਰੈਸ਼ਨ ਦਾ, ਚਿੰਤਾ ਜਾਂ ਫੋਬੀਆ ਦਾ ਜਾਂ ਕੋਈ ਹੋਰ ਰੋਗ ਹੋ ਗਿਆ। ਹੁਣ ਕਈ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸਰੀਰ ਦਾ ਕੋਈ ਰੋਗ ਨਹੀਂ ਹੈ, ਨਾ ਖੰਘ ਬੁਖਾਰ ਕੁਛ ਵੀ ਨਹੀਂ, ਮਾਨਸਿਕ ਰੋਗ ਤੇ ਮਾਨਸਿਕ ਤੌਰ ਤੇ ਵੀ ਉਹਨਾਂ ਨੂੰ ਕੋਈ ਰੋਗ ਨਹੀਂ ਹੈ, ਯਾਨੀ ਉਹ ਡਿਪਰੈਸ਼ਨ ਦਾ ਸ਼ਿਕਾਰ ਵੀ ਨਹੀਂ, ਫੋਬੀਆ ਦੇ ਸ਼ਿਕਾਰ ਵੀ ਨਹੀਂ, ਪਰ ਉਹਨਾਂ ਦਾ ਬਿਹੇਵੀਅਰ ਚੰਗਾ ਨਹੀਂ, ਬੋਲਬਾਣੀ ਚੰਗੀ ਨਹੀਂ, ਤਾਂ ਡਾਕਟਰ ਉਹਨੂੰ ਵੀ ਰੋਗੀ ਮੰਨਦੇ ਨੇ, ਕਿਉਂਕਿ ਉਹਦਾ ਬਿਹੇਵੀਅਰ ਜਿਹੜਾ ਹੈ ਉਹ ਰੋਗੀ ਹੈ ਨਾ, ਬਿਮਾਰ ਹੈ। ਬਿਹੇਵੀਅਰ ਜਿਹੜਾ ਹੈ ਉਹ ਰੋਗੀ ਹੈ। ਇਸ ਲਈ ਅਰੋਗ ਪੂਰਨ ਤੌਰ ਤੇ ਉਹੀ ਹੈ ਜੋ ਤਨ, ਮਨ ਔਰ ਬਚਨ ਕਰਕੇ ਅਰੋਗੀ ਹੈ।
ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਮਨੁੱਖ ਦੇ ਸਾਰੇ ਰੋਗ ਮਿਟ ਜਾਂਦੇ ਨੇ। ਮਾਨਸਿਕ ਉਹ ਬਿਲਕੁਲ ਅਰੋਗ ਹੁੰਦਾ ਹੈ ਮਨ, ਬਚਨ ਔਰ ਕਰਮ ਕਰਕੇ। ਨਾ ਉਸ ਦੀ ਮਾਨਸਿਕਤਾ ਰੋਗੀ ਹੁੰਦੀ ਹੈ, ਨਾ ਉਹਦੇ ਬੋਲ ਰੋਗ ਵਾਲੇ ਹੁੰਦੇ ਨੇ, ਨਾ ਉਹਦਾ ਬਿਹੇਵੀਅਰ ਰੋਗ ਵਾਲਾ ਹੁੰਦਾ ਹੈ। ਉਹਦੀ ਮਾਨਸਿਕਤਾ ਵਿੱਚ ਵੀ ਸੱਚ ਔਰ ਪ੍ਰੇਮ, ਇਮਾਨਦਾਰੀ ਹੁੰਦੀ ਹੈ। ਉਹਦੇ ਬੋਲ ਵੀ ਸ਼ੁਭ ਗੁਣਾਂ ਵਾਲੇ ਹੁੰਦੇ ਨੇ ਔਰ ਉਹਦਾ ਬਿਹੇਵੀਅਰ ਵੀ ਜਿਹੜਾ ਹੈ ਸੱਚਾ, ਪਿਆਰਾ ਔਰ ਨਿਮਰਤਾ ਵਾਲਾ, ਇਮਾਨਦਾਰੀ ਵਾਲਾ ਹੋ ਜਾਂਦਾ ਹੈ। ਦਿਨ ਰੈਣ ਨਾਮ ਧਿਆਏਂਦਾ, ਫਿਰ ਪਾਏ ਨਾ ਮੋਆ। ਮੋਆ ਦਾ ਮਤਲਬ ਮੌਤ, ਰਹਿਣ ਦਾ ਮਤਲਬ ਰਾਤ। ਦਿਨ ਰੈਣ ਨਾਮ ਧਿਆਏਂਦਾ, ਨਾਮ ਦਾ ਮਤਲਬ ਰੱਬੀ ਹੁਕਮ, ਧਿਆਨ ਦਾ ਮਤਲਬ ਜੋ ਧਿਆਨ ਵਿੱਚ ਰੱਖਦਾ ਹੈ, ਜੋ ਆਪਣਾ ਧਿਆਨ ਹਮੇਸ਼ਾ ਰੱਬੀ ਹੁਕਮ ਵਿੱਚ ਰੱਖਦਾ ਹੈ, ਭਾਵ ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ, ਰੱਬੀ ਸਿਫਤ ਸਲਾਹ ਕਰਦਾ ਹੈ। ਫਿਰ ਪਾਏ ਨਾ ਮੋਆ, ਫਿਰ ਦਾ ਮਤਲਬ ਮੁੜ ਕੇ ਉਹਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ ਤੇ ਮੁੜ ਕੇ ਉਹ ਮੌਤ ਵਿੱਚ ਨਹੀਂ ਪੈਂਦਾ। ਮੌਤ ਦਾ ਮਤਲਬ ਆਤਮਿਕ ਮੌਤ ਤੇ ਨਹੀਂ ਮਰਦਾ, ਉਹਨੂੰ ਆਤਮਿਕ ਮੌਤ ਨਹੀਂ ਮਿਲਦੀ ਦੁਬਾਰਾ। ਉਹ ਆਤਮਿਕ ਮੌਤ ਤੋਂ ਬਚ ਜਾਂਦਾ ਹੈ, ਮੁੜ ਕੇ ਉਹਨੂੰ ਆਤਮਿਕ ਮੌਤ ਨਹੀਂ ਹੁੰਦੀ। ਜਿਹੜਾ ਇੱਕ ਵਾਰ ਰੱਬੀ ਗੁਣਾਂ ਦੇ ਨਾਲ ਜੁੜ ਗਿਆ, ਜਿਸ ਨੇ ਰੱਬੀ ਰਜ਼ਾ ਨੂੰ ਫੋਲੋ ਕਰ ਲਿਆ, ਉਹ ਫਿਰ ਆਤਮਿਕ ਮੌਤ ਤੇ ਨਹੀਂ ਮਰਦਾ, ਉਹ ਮੁੜ ਕੇ ਮਰਦਾ ਨਹੀਂ। ਉਹਦੇ ਅੰਦਰੋਂ ਇਨਸਾਨੀਅਤ ਨਹੀਂ ਮਰਦੀ, ਉਹਦੇ ਅੰਦਰੋਂ ਜ਼ਮੀਰ ਨਹੀਂ ਮਰਦੀ, ਉਹਦੇ ਅੰਦਰ ਫਿਰ ਢਹਿੰਦੀ ਕਲਾ ਨਹੀਂ ਆਉਂਦੀ, ਉਹਦੇ ਅੰਦਰ ਫਿਰ ਨੈਗੇਟਿਵਿਟੀ ਨਹੀਂ ਆਉਂਦੀ। ਉਹ ਹਮੇਸ਼ਾ ਆਗਾ ਹੂੰ ਕੁਤਰਾਗ, ਪਿੱਛਾ ਫੇਰ ਨਾ ਮੋਢੜਾ, ਸਿਜ ਇਵੇਹਾ ਵਾਰ, ਨਾਨਕ ਬਹੁਤ ਨਾ ਹੋਵੀ ਜਨਮੜਾ ਵਾਲੀ ਜ਼ਿੰਦਗੀ ਜੀਂਦਾ ਹੈ। ਤਾਂ ਇਸ ਤਰ੍ਹਾਂ ਜੇ ਅਸੀਂ ਆਤਮਿਕ ਮੌਤ ਤੋਂ ਬਚਣਾ ਚਾਹੁੰਦੇ ਹਾਂ ਕਿ ਸਾਡੇ ਅੰਦਰ ਹਮੇਸ਼ਾ ਇਨਸਾਨੀਅਤ ਜ਼ਿੰਦਾ ਰਹੇ, ਅਸੀਂ ਮਨ, ਬਚਨ, ਕਰਮ ਕਰਕੇ ਇਨਸਾਨੀਅਤ ਵਾਲੇ ਕਰਮ ਕਰੀਏ, ਤਾਂ ਉਹਦੇ ਵਾਸਤੇ ਇੱਕੋ ਹੀ ਚੀਜ਼ ਹੈ, ਰੱਬੀ ਰਜ਼ਾ ਵਿੱਚ ਤੁਰਨਾ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ। ਜੋ ਇਨਸਾਨ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਦਿਨ ਰਾਤ ਹਰ ਵਕਤ, ਉਹ ਮੁੜ ਕੇ ਆਤਮਿਕ ਮੌਤ ਤੇ ਨਹੀਂ ਮਰਦਾ। ਜਿਸ ਤੇ ਉਪਜਿਆ ਨਾਨਕਾ, ਸੋਈ ਫਿਰ ਹੋਆ। ਜਿਸ ਰੱਬ ਤੋਂ ਪੈਦਾ ਹੁੰਦਾ ਹੈ ਉਸੇ ਦਾ ਰੂਪ ਹੋ ਜਾਂਦਾ ਹੈ, ਮੁੜ ਕੇ ਉਸੇ ਦਾ ਹੀ ਰੂਪ ਹੋ ਜਾਂਦਾ, ਜਿਹਦੇ ਤੋਂ ਪੈਦਾ ਹੋਇਆ ਉਸੇ ਦਾ ਹੀ ਰੂਪ ਹੋ ਜਾਂਦਾ। ਭੁਲੇਖਾ ਸੀ ਨਾ ਇਸ ਨੂੰ, ਆਪਣੀ ਸੋਚ ਕਰਕੇ ਰੱਬ ਤੋਂ ਵੱਖਰਾ ਸੀ। ਜਿਵੇਂ ਇੱਕ ਬੂੰਦ ਸਮੁੰਦਰ ਤੋਂ ਪੈਦਾ ਹੋਈ ਤੇ ਮੁੜ ਕੇ ਸਮੁੰਦਰ ਵਿੱਚ ਹੀ ਮਿਲ ਗਈ, ਹੈ ਤੇ ਉਹ ਪਾਣੀ ਦਾ ਹੀ ਰੂਪ ਸੀ ਜਦੋਂ ਸਮੁੰਦਰ ਵਿੱਚ ਸੀ ਉਦੋਂ ਵੀ, ਜਦੋਂ ਸਮੁੰਦਰ ਤੋਂ ਵੱਖਰੀ ਹੋਈ ਉਦੋਂ ਵੀ ਉਹ ਪਾਣੀ ਹੀ ਸੀ, ਲੇਕਿਨ ਵੱਖਰੀ ਪ੍ਰਤੀਤ ਕਰਦੀ ਸੀ। ਤੇ ਜਦੋਂ ਸਮੁੰਦਰ ਵਿੱਚ ਮਿਲ ਗਈ ਫਿਰ ਵੀ ਉਹ ਪਾਣੀ ਹੀ ਬਣ ਗਈ, ਉਹਦਾ ਹੀ ਰੂਪ ਹੋ ਗਈ। ਜਦੋਂ ਸਮੁੰਦਰ ਵਿੱਚ ਮਿਲ ਗਈ ਤੇ ਫਿਰ ਓਡੀ ਵੱਡੀ ਹੋ ਗਈ, ਬਾਹਰ ਨਿਕਲਣ ਕਰਕੇ ਛੋਟੀ ਜੀ ਪ੍ਰਤੀਤ ਹੁੰਦੀ ਸੀ। ਇਸੇ ਕਰਕੇ ਇਸੇ ਤਰ੍ਹਾਂ ਬੰਦਾ ਰੱਬ ਦਾ ਰੂਪ ਸੀ, ਲੇਕਿਨ ਆਪਣੀ ਸੀਮਤ ਸੋਚ ਕਰਕੇ, ਰੱਬ ਨਾਲੋਂ ਟੁੱਟਣ ਕਰਕੇ, ਸ਼ੁਭ ਗੁਣਾਂ ਨਾਲੋਂ ਟੁੱਟਣ ਕਰਕੇ, ਰਜ਼ਾ ਨਾਲੋਂ ਟੁੱਟਣ ਕਰਕੇ ਆਪਣੇ ਆਪ ਨੂੰ ਛੋਟਾ ਪ੍ਰਤੀਤ ਕਰਦਾ ਹੈ ਔਰ ਛੋਟਾ ਹੋ ਜਾਂਦਾ ਹੈ, ਕਿਉਂਕਿ ਸੋਚ ਸੌੜੀ ਹੋ ਗਈ, ਔਗਣ ਆ ਗਏ, ਵਿਕਾਰ ਆ ਗਏ। ਤੇ ਜਦੋਂ ਫਿਰ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ ਤਾਂ ਗੁਰੂ ਜੀ ਕਹਿੰਦੇ ਨੇ ਫਿਰ ਇਹ ਉਸੇ ਦਾ ਹੀ ਰੂਪ ਹੋ ਜਾਂਦਾ ਹੈ, ਰੱਬ ਵਰਗਾ ਹੀ ਹੋ ਜਾਂਦਾ ਹੈ, ਰੱਬ ਦੇ ਵਿੱਚ ਹੀ ਸਮਾ ਜਾਂਦਾ ਹੈ। ਤਾਂ ਰੱਬੀ ਗੁਣਾਂ ਦੇ ਵਿੱਚ ਸਮਾ ਜਾਣਾ ਹੀ ਰੱਬ ਵਿੱਚ ਸਮਾ ਜਾਣਾ ਹੈ। ਜੇ ਇਹ ਗੱਲ ਸਮਝ ਆ ਜਾਏ ਨਾ, ਤਾਂ ਆਮ ਜੋ ਲੋਕ ਨੇ ਉਹ ਰੱਬ ਦੇ ਬਹੁਤ ਨੇੜੇ ਤੇੜੇ ਹੀ ਨੇ, ਰੱਬ ਤੋਂ ਦੂਰ ਨਹੀਂ ਹਨ। ਥੋੜੀਆਂ ਬਾਤੀਆਂ ਜੇ ਕਮੀਆਂ ਦੂਰ ਕਰ ਲਈਆਂ ਜਾਣ ਨਾ, ਛੋਟੀਆਂ ਮੋਟੀਆਂ ਜੋ ਹੈ ਨੇ, ਤਾਂ ਫਿਰ ਰੱਬ ਵਰਗਾ ਹੀ ਇਹ ਬੰਦਾ ਜੇ ਸਤ, ਸੰਤੋਖ, ਦਇਆ, ਧਰਮ ਆਦਿ ਗੁਣਾਂ ਨੂੰ ਅਪਣਾ ਲਏ। ਜੋ ਮੂਲ ਮੰਤਰ ਅੰਦਰ ਸਾਨੂੰ ਗੁਣ ਦੱਸੇ ਨੇ, ਜੇ ਉਹਨਾਂ ਗੁਣਾਂ ਦਾ ਧਾਰਨੀ ਹੋ ਜਾਏ, ਉਹਨਾਂ ਗੁਣਾਂ ਵਿੱਚ ਆਪਣੀ ਸੁਰਤ ਨੂੰ ਲੀਨ ਕਰ ਦੇਵੇ, ਤਾਂ ਬੰਦਾ ਰੱਬ ਦਾ ਹੀ ਰੂਪ ਹੈ। ਰੱਬ ਦੇ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ। ਰੱਬੀ ਗੁਣਾਂ ਦੇ ਵਿੱਚ ਆਪਣੀ ਸੁਰਤ ਨੂੰ ਅਭੇਦ ਕਰ ਦੇਣਾ ਹੀ ਰੱਬ ਵਿੱਚ ਅਭੇਦ ਹੋ ਜਾਣਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਗੁਣਾਂ ਨੂੰ ਗਾਉਂਦਾ ਗਾਉਂਦਾ ਬੰਦਾ ਜਿਹਦੇ ਤੋਂ ਪੈਦਾ ਹੋਇਆ ਸੀ ਉਹਦੇ ਵਿੱਚ ਹੀ ਸਮਾ ਜਾਂਦਾ ਹੈ। ਔਰ ਭਗਤ ਕਬੀਰ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਕਿ ਮੈਂ ਤੂੰ ਕਰਦਾ ਤੇਰਾ ਹੀ ਰੂਪ ਹੋ ਗਿਆ, ਜਦੋਂ ਆਪਣੇ ਪਰਾਏ ਦੇ ਭੇਦ ਭਾਵ ਮਿਟ ਗਏ, ਹੁਣ ਜਿੱਧਰ ਵੇਖਦਾ ਉਧਰ ਤੂੰ ਹੀ ਤੂੰ ਹੈ। ਕਬੀਰ ਜੀ ਨੇ ਹੋਰ ਥਾਂ ਤੇ ਵੀ ਸਾਨੂੰ ਬੜੇ ਪਿਆਰ ਨਾਲ ਸਮਝਾਇਆ ਹੈ, ਕਹਿਣ ਲੱਗੇ ਕਬੀਰ ਜਾ ਕੋ ਖੋਜ ਤੇ ਪਾਇਓ ਸੋਈ ਠੌਰ, ਕਿ ਜਿਸ ਰੱਬ ਨੂੰ ਲੱਭਦੇ ਸਾਂ ਉਹ ਜਗ੍ਹਾ ਲੱਭ ਗਈ, ਸੋਈ ਫਿਰ ਕਹਿ ਤੂੰ ਕਹਿਆ ਪਿਆ, ਜਾ ਕੋ ਕਹਿਤਾ ਔਰ। ਕਿ ਹੇ ਮਨਾ, ਜਿਹਨੂੰ ਤੂੰ ਕੋਈ ਹੋਰ ਕਹਿੰਦਾ ਸੈਂ, ਤੂੰ ਮੁੜ ਕੇ ਉਸੇ ਦਾ ਹੀ ਰੂਪ ਹੋ ਗਿਆ।
ਜਿਹਨੂੰ ਤੂੰ ਕੋਈ ਹੋਰ ਕਹਿੰਦਾ ਸੈਂ ਤੂੰ ਉਹਦਾ ਹੀ ਰੂਪ ਹੋ ਗਿਆ। ਉਹ ਜਗ੍ਹਾ ਮਿਲ ਗਈ। ਜਗ੍ਹਾ ਦਾ ਮਤਲਬ ਉਹ ਸੋਚ, ਉਹ ਮੈਂਟੈਲਿਟੀ, ਜਿੱਥੇ ਜਾ ਕੇ ਬੰਦਾ ਰੱਬ ਵਰਗਾ ਹੀ ਹੋ ਜਾਂਦਾ ਹੈ। ਕਿੱਥੋਂ ਉਪਜੈ ਕਹਿ ਰਹਿ, ਕਹਿ ਮਾਹੇ ਸਮਾਵੈ। ਇਹ ਜੀਵ ਕਿੱਥੋਂ ਉਪਜਦਾ ਹੈ? ਕਹਿ ਰਹਿ ਦਾ ਮਤਲਬ ਕਿਵੇਂ ਰਹਿੰਦਾ ਹੈ, ਕਿਹਦੇ ਆਸਰੇ ਰਹਿੰਦਾ ਹੈ। ਕਹਿ ਮਾਹੇ ਸਮਾਵੇ ਦਾ ਮਤਲਬ ਕਿਹਦੇ ਵਿੱਚ ਸਮਾ ਜਾਂਦਾ ਹੈ। ਜੀਵ ਕਹਿ ਲੋ ਜਾਂ ਆ ਜਗਤ, ਆ ਦੁਨੀਆ, ਸਾਰਾ ਦਿਸਦਾ ਬ੍ਰਹਿਮੰਡ ਹੈ, ਕਿੱਥੋਂ ਉਪਜਦਾ ਹੈ, ਕਿਵੇਂ ਰਹਿੰਦਾ ਹੈ ਔਰ ਕਿਹਦੇ ਵਿੱਚ ਸਮਾ ਜਾਂਦਾ ਹੈ। ਮਨ ਕਿੱਥੋਂ ਉਪਜਦਾ ਹੈ, ਕਿਵੇਂ ਰਹਿੰਦਾ ਹੈ, ਕਿਹਦੇ ਵਿੱਚ ਸਮਾ ਜਾਂਦਾ ਹੈ। ਯਾਨੀ ਜੀਵ ਕਿੱਥੋਂ ਉਪਜਿਆ, ਕਿਵੇਂ ਰਹਿੰਦਾ ਹੈ, ਕਿਸ ਵਿੱਚ ਸਮਾ ਜਾਂਦਾ ਹੈ। ਇਹ ਇੱਕ ਸਵਾਲ ਹੈ ਤੇ ਅਗਲੀ ਪੰਕਤੀ ਦੇ ਅੰਦਰ ਇਸ਼ਾਰੇ ਮਾਤਰ ਇਸ ਦਾ ਉੱਤਰ ਦੇ ਰਹੇ ਨੇ। ਜੀ ਜੰਤ ਸਭ ਖਸਮ ਕੇ। ਜੀ ਜੰਤ ਸਭ ਖਸਮ ਕੇ ਦਾ ਮਤਲਬ ਜੀਵ ਜੰਤ ਜਿੰਨੇ ਵੀ ਸਾਰੇ ਨੇ ਇਹ ਖਸਮ ਦੇ ਨੇ, ਰੱਬ ਦੇ ਨੇ। ਮੀਨਸ ਰੱਬ ਵਿੱਚੋਂ ਹੀ ਪੈਦਾ ਹੁੰਦੇ ਨੇ, ਰੱਬ ਦੇ ਸਹਾਰੇ ਹੀ ਰਹਿੰਦੇ ਨੇ ਔਰ ਰੱਬ ਦੇ ਵਿੱਚ ਹੀ ਸਮਾ ਜਾਂਦੇ ਨੇ। ਜਿਵੇਂ ਇੱਕ ਸੋਨੇ ਦਾ ਕੜਾ ਹੈ, ਉਹ ਕਿੱਥੋਂ ਪੈਦਾ ਹੁੰਦਾ ਹੈ? ਸੋਨੇ ਚੋਂ, ਕਿਉਂਕਿ ਹੈ ਹੀ ਸੋਨਾ, ਸਿਰਫ ਉਹਨੂੰ ਆਕਾਰ ਦੇ ਦਿੱਤਾ ਹੈ। ਤੇ ਰਹਿੰਦਾ ਕਿਵੇਂ? ਸੋਨੇ ਵਿੱਚ ਹੀ ਰਹਿੰਦਾ, ਕਿਉਂਕਿ ਹੈ ਹੀ ਸੋਨਾ। ਤੇ ਜੇ ਕੜੇ ਨੂੰ ਖਤਮ ਕਿੱਥੇ ਕਰ ਦਈਏ ਤੇ ਕਿੱਥੇ ਸਮਾ ਜਾਂਦਾ ਹੈ? ਸੋਨੇ ਦੇ ਵਿੱਚ ਹੀ ਸਮਾ ਜਾਂਦਾ। ਜਿਵੇਂ ਸਮੁੰਦਰ ਸ਼ਾਂਤ ਖੜਾ ਹੈ, ਬਿਲਕੁਲ ਸ਼ਾਂਤ, ਹਿੱਲ ਨਹੀਂ ਰਿਹਾ ਪਾਣੀ, ਪਰ ਹਵਾ ਚੱਲੀ, ਲਹਿਰਾਂ ਪੈਦਾ ਹੋ ਗਈਆਂ, ਤਾਂ ਉਹ ਲਹਿਰਾਂ ਕਿੱਥੋਂ ਪੈਦਾ ਹੋਈਆਂ? ਪਾਣੀ ਚੋਂ। ਤੇ ਜਿਹੜੀਆਂ ਲਹਿਰਾਂ ਆਸਰੇ ਨੇ, ਕਿਹਦੇ ਆਸਰੇ ਨੇ? ਪਾਣੀ ਦੇ ਆਸਰੇ ਨੇ। ਜੇ ਪਾਣੀ ਹੋਵੇ ਤੇ ਲਹਿਰਾਂ ਹੋਣਗੀ ਨਹੀਂ ਨਾ, ਜੇ ਪਾਣੀ ਨਹੀਂ ਹੋਏਗਾ। ਤੇ ਜਦੋਂ ਹਵਾ ਬੰਦ ਹੋਈ ਤੇ ਲਹਿਰਾਂ ਬੰਦ ਹੋ ਗਈਆਂ, ਤੇ ਸਮਾ ਕਿਹਦੇ ਵਿੱਚ ਗਈਆਂ? ਪਾਣੀ ਵਿੱਚ ਹੀ ਸਮਾ ਗਈਆਂ ਨਾ। ਤਾਂ ਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਹ ਜੀਵ ਜੰਤ ਪ੍ਰਭੂ ਦੇ ਨੇ, ਪ੍ਰਭੂ ਚੋਂ ਪੈਦਾ ਹੁੰਦੇ ਨੇ, ਪ੍ਰਭੂ ਦੇ ਆਸਰੇ ਰਹਿੰਦੇ ਨੇ, ਪ੍ਰਭੂ ਵਿੱਚ ਸਮਾਏ ਰਹਿੰਦੇ ਨੇ। ਕੌਣ ਕੀਮਤ ਪਾਵੇ? ਉਸ ਰੱਬ ਦੀ ਕੀਮਤ ਕੌਣ ਪਾ ਸਕਦਾ ਹੈ? ਭਾਵ ਕਿ ਉਹਦਾ ਅੰਤ ਕੋਈ ਨਹੀਂ ਪਾ ਸਕਦਾ। ਪ੍ਰਭੂ ਅਨੰਤ ਹੈ, ਉਹਦੇ ਗੁਣ ਅਨੰਤ ਨੇ, ਉਹਦੀ ਰਜ਼ਾ ਭਾਣਾ ਅਨੰਤ ਹੈ, ਅਨੰਤ ਗੁਣਾਂ ਦਾ ਮਾਲਕ ਹੈ। ਇਹ ਜੀਵ ਜੰਤ ਉਸੇ ਦੇ ਨੇ, ਉਸੇ ਚੋਂ ਪੈਦਾ ਹੁੰਦੇ ਨੇ, ਉਹਦੇ ਹੀ ਸਹਾਰੇ ਰਹਿੰਦੇ ਨੇ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ। ਕਹਿਨ ਧਿਆਇਨ ਸੁਣਨ ਨਿਤ ਸੇ ਭਗਤ ਸੁਹਾਵੇ। ਕਹਿਣ ਦਾ ਮਤਲਬ ਜੋ ਕਹਿੰਦੇ ਨੇ, ਸੁਣਨ ਦਾ ਮਤਲਬ ਜੋ ਸੁਣਦੇ ਨੇ, ਸੁਹਾਵੇ ਦਾ ਮਤਲਬ ਸੋਹਣੇ ਲੱਗਦੇ ਨੇ। ਕਿ ਜੋ ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਨੇ, ਜੋ ਜੋ ਉਸ ਪ੍ਰਭੂ ਦੇ ਗੁਣਾਂ ਨੂੰ ਸੁਣਦੇ ਨੇ, ਉਹ ਪ੍ਰਭੂ ਦੇ ਭਗਤ ਸੋਹਣੇ ਜੀਵਨ ਵਾਲੇ ਹੋ ਜਾਂਦੇ ਨੇ। ਹੁਣ ਦੇਖੋ ਭਗਤ ਕੌਣ ਹੈ? ਭਗਤ ਦਾ ਮਤਲਬ ਇਹ ਨਹੀਂ ਹੈ ਕਿ ਜੋ ਮਾਲਾ ਫੇਰਦਾ ਹੈ, ਸਮਾਧੀਆਂ ਲਾਉਂਦਾ ਹੈ, ਜੰਗਲਾਂ ਵਿੱਚ ਜਾਂਦਾ ਹੈ, ਦੁਨੀਆ ਦਾ ਤਿਆਗ ਕਰਦਾ ਹੈ, ਪੁੱਠੇ ਸਿੱਧੇ ਸਾਹ ਲੈਂਦਾ ਹੈ, ਉਹਨੂੰ ਭਗਤ ਨਹੀਂ ਕਹਿੰਦੇ। ਕਿੰਨਾ ਸੋਹਣਾ ਸਾਨੂੰ ਗਿਆਨ ਦੇ ਰਹੇ ਨੇ ਕਿ ਜਿਹੜੇ ਲੋਕ ਰੱਬੀ ਗੁਣਾਂ ਦੀ ਗੱਲ ਕਰਦੇ ਨੇ ਔਰ ਰੱਬੀ ਗੁਣਾਂ ਨੂੰ ਸੁਣਦੇ ਨੇ, ਉਹ ਰੱਬ ਦੇ ਭਗਤ ਨੇ, ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ। ਤਾਂ ਰੱਬ ਦੀ ਭਗਤੀ ਕੀ ਹੋਇਆ? ਗੁਣਾਂ ਦੇ ਧਾਰਨੀ ਹੋਣਾ, ਗੁਣਾਂ ਦੀ ਗੱਲ ਕਰਨਾ, ਗੁਣਾਂ ਨੂੰ ਸੁਣਨਾ, ਗੁਣਾਂ ਨੂੰ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਜੋ ਕਰਦਾ ਹੈ, ਉਹੀ ਰੱਬ ਦਾ ਭਗਤ ਹੈ। ਇਹੀ ਰੱਬ ਦੀ ਭਗਤੀ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਤਾਂ ਜੋ ਜੋ ਵੀ ਉਸ ਪ੍ਰਭੂ ਦੇ ਗੁਣ ਉਚਾਰਦੇ ਨੇ, ਸੁਣਦੇ ਨੇ, ਉਹ ਪ੍ਰਭੂ ਦੇ ਭਗਤ ਨੇ, ਉਹ ਰੱਬ ਦੇ ਪਿਆਰੇ ਨੇ, ਉਹਨਾਂ ਦਾ ਜੀਵਨ ਸੁਹਾਵਣਾ ਹੋ ਜਾਂਦਾ ਹੈ। ਤਾਂ ਕਿੰਨਾ ਸਿੰਪਲ ਸੌਖਾ ਸਾਧਨ ਆਪਣੇ ਜੀਵਨ ਨੂੰ ਸੋਹਣਾ ਬਣਾਉਣ ਦਾ ਗੁਰੂ ਜੀ ਦੱਸ ਰਹੇ ਨੇ। ਅਸੀਂ ਦੇਖੋ ਜ਼ਿੰਦਗੀ ਜੀਣੀ ਹੈ, ਜ਼ਿੰਦਗੀ ਜੀਣੀ ਹੀ ਹੈ, ਤੇ ਸਾਨੂੰ ਤਿੰਨ ਕੁ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ, ਜ਼ਿਆਦੀਆਂ ਨਹੀਂ ਤਾਂ ਤਿੰਨ ਕੁ ਮੋਟੀਆਂ ਗੱਲਾਂ। ਪਹਿਲੀ ਗੱਲ ਕਿ ਅਸੀਂ ਸਮਾਜ ਦੇ ਅੰਦਰ ਜੀਣਾ ਹੈ। ਸਮਾਜਿਕ ਅਸੀਂ ਪ੍ਰਾਣੀ ਹਾਂ, ਸਮਾਜ ਤੋਂ ਵੱਖਰੇ ਅਸੀਂ ਰਹਿ ਨਹੀਂ ਸਕਦੇ। ਕਿਵੇਂ ਜੀਵਾਂਗੇ ਜੀ ਬਿਨਾਂ ਸਮਾਜ ਤੋਂ? ਮੰਨ ਲਓ ਕੋਈ ਹੋਵੇ ਹੀ ਨਾ ਇਸ ਦੁਨੀਆ ਵਿੱਚ, ਮੈਂ ਜਾਂ ਤੁਹਾਡੇ ਵਿੱਚੋਂ ਕੋਈ ਇੱਕ ਹੀ ਬੰਦਾ ਇਕੱਲਾ ਹੀ ਹੋਵੇ, ਤਾਂ ਉਹਦੀ ਜ਼ਿੰਦਗੀ ਕੈਸੀ ਹੋਏਗੀ? ਕਿੱਥੋਂ ਸਮਾਨ ਖਰੀਦੇਗਾ, ਕਿੱਥੋਂ ਸਮਾਨ ਵੇਚੇਗਾ, ਕਿੱਥੋਂ ਸਮਾਨ ਪੈਦਾ ਕਰੇਗਾ? ਇਕੱਲੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈ ਨਾ। ਅਸੀਂ ਇੱਕ ਦੂਜੇ ਦੇ ਆਸਰੇ ਹਾਂ, ਇੱਕ ਦੂਜੇ ਦੇ ਉੱਤੇ ਡਿਪੈਂਡ ਹਾਂ। ਸਮਾਜ ਦੇ ਵਿੱਚ ਅਸੀਂ ਰਹਿਣਾ ਹੈ, ਚਾਹੇ ਉਹ ਚਾਚੇ ਤਾਏ ਨਾਨਕੇ ਦਾਦਕੇ ਸਹੁਰੇ ਨੇ, ਮਿੱਤਰ ਸੱਜਣ ਨੇ, ਜਾਂ ਜਿੱਥੇ ਅਸੀਂ ਜੌਬ ਕਰਦੇ ਹਾਂ, ਪੂਰੀ ਦੁਨੀਆ, ਬੰਦਾ ਇੱਕ ਦੂਜੇ ਤੇ ਆਸਰਿਤ ਹੈ, ਸਮਾਜ ਵਿੱਚ ਰਹਿਣਾ ਹੈ। ਤਾਂ ਪਹਿਲੀ ਗੱਲ ਸਾਨੂੰ ਇਹ ਸੋਚਣੀ ਚਾਹੀਦੀ ਕਿ ਜਦੋਂ ਸਮਾਜ ਵਿੱਚ ਰਹਿਣਾ ਹੀ ਹੈ, ਇੱਕ ਦੂਜੇ ਦੇ ਨਾਲ ਮਿਲਣਾ ਵਰਤਣਾ ਹੀ ਹੈ, ਤਾਂ ਫਿਰ ਬੇਈਮਾਨੀ ਦੀ ਜਗ੍ਹਾ ਇਮਾਨਦਾਰੀ ਨਾਲ ਵਰਤ ਲਓ। ਫਿਰ ਲੜਨ ਦੀ ਬਜਾਏ ਪਿਆਰ ਦੇ ਨਾਲ ਰਹਿ ਲਓ।
ਧੋਖੇ ਦੀ ਬਜਾਏ ਇਮਾਨਦਾਰੀ ਨਾਲ, ਮਾੜੇ ਬੋਲ ਬੋਲਣ ਦੀ ਬਜਾਏ ਚੰਗੇ ਬੋਲ ਬੋਲ ਲਓ, ਪਿਆਰ ਮੁਹੱਬਤ ਦੇ ਨਾਲ ਰਹਿ ਲਓ, ਇੱਕ ਦੂਜੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਇੱਕ ਦੂਜੇ ਦਾ ਸਹਿਯੋਗ ਕਰ ਲਓ, ਇਹ ਜੀਵਨ ਸੁਹਾਵਣਾ ਹੋ ਜਾਏਗਾ। ਜਾਤ ਦੀ ਬਜਾਏ ਜੋਤ ਨੂੰ ਵੇਖ ਲਓ ਇੱਕ ਦੂਜੇ ਦੇ ਵਿੱਚ। ਦੂਜੀ ਗੱਲ ਕਿ ਅਸੀਂ ਕੰਮ ਕਰਨਾ ਹੈ। ਕੰਮ ਸਾਨੂੰ ਕਰਨਾ ਹੀ ਪੈਣਾ ਹੈ। ਕੰਮ ਕਰਨ ਤੋਂ ਬਿਨਾਂ ਇਹ ਜ਼ਿੰਦਗੀ ਚੱਲ ਨਹੀਂ ਸਕਦੀ। ਰੋਟੀ ਕੱਪੜੇ ਮਕਾਨ ਦੀਆਂ ਲੋੜਾਂ ਅਸੀਂ ਪੂਰੀਆਂ ਕਰਨੀਆਂ ਨੇ, ਚਾਹੇ ਕੋਈ ਜੌਬ ਕਰੇ, ਦੁਕਾਨ ਕਰੇ, ਵਪਾਰ ਕਰੇ, ਖੇਤੀ ਕਰੇ, ਕਿਸੇ ਵੀ ਢੰਗ ਦੇ ਨਾਲ ਕੰਮ ਕਰਨਾ ਹੀ ਹੈ, ਕਰਨਾ ਪੈਣਾ ਔਰ ਕਰਨਾ ਚਾਹੀਦਾ। ਤਾਂ ਫਿਰ ਸਾਨੂੰ ਇਹ ਸੋਚ ਲੈਣਾ ਚਾਹੀਦਾ ਕਿ ਜਦੋਂ ਕੰਮ ਕਰਨਾ ਹੀ ਪੈਣਾ ਹੈ ਤਾਂ ਫਿਰ ਉਤਸ਼ਾਹ ਨਾਲ ਕਰ ਲਓ, ਪਿਆਰ ਨਾਲ ਕਰ ਲਓ, ਲਗਨ ਦੇ ਨਾਲ ਕਰ ਲਓ, ਖੁਸ਼ੀ ਦੇ ਨਾਲ ਕਰੋ, ਪਿਆਰ ਦੇ ਨਾਲ ਕਰੋ, ਦਿਲ ਕਰਕੇ ਕਰੋ। ਜਦੋਂ ਪਿਆਰ ਕਰਾਂਗੇ ਨਾ ਕੰਮ ਦੇ ਨਾਲ, ਮਨ ਕਰਕੇ ਕਰਾਂਗੇ, ਤਾਂ ਫਿਰ ਕੰਮ ਪਰੇਸ਼ਾਨੀ ਪੈਦਾ ਨਹੀਂ ਕਰੇਗਾ, ਫਿਰ ਕੰਮ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਪੈਦਾ ਕਰੇਗਾ। ਉਤਸ਼ਾਹ ਦੇ ਨਾਲ ਉੱਠਾਂਗੇ, ਉਤਸ਼ਾਹ ਦੇ ਨਾਲ ਕੰਮ ਕਰਾਂਗੇ, ਕੰਮ ਦੇ ਵਿੱਚ ਇੰਜੋਏ ਕਰਾਂਗੇ ਕਿ ਮੈਂ ਇੰਜੋਏ ਕਰਨਾ ਹੈ, ਮੈਂ ਕੰਮ ਕਰਕੇ ਆਨੰਦ ਮਾਣਨਾ ਹੈ। ਕੰਮ ਕਰਨਾ ਇਮਾਨਦਾਰੀ ਨਾਲ ਕਰ ਲਓ। ਜੇ ਮੈਂ ਦਿਹਾੜੀ ਤੇ ਜਾ ਰਿਹਾ ਤੁਹਾਡੇ ਕੋਲ, ਜਦੋਂ ਮੈਂ ਦਿਹਾੜੀ ਦੇ ਪੈਸੇ ਲੈ ਰਿਹਾ, ਤਾਂ ਜਦ ਮੈਂ ਦਿਹਾੜੀ ਕਰ ਹੀ ਰਿਹਾ, ਪੈਸੇ ਲੈ ਹੀ ਰਿਹਾ, 8 ਘੰਟੇ ਮੈਂ ਕੰਮ ਕਰਨਾ ਹੀ ਹੈ, ਤਾਂ ਮੈਂ ਖੁਸ਼ੀ ਨਾਲ ਕਰ ਲਵਾਂ, ਇਮਾਨਦਾਰੀ ਨਾਲ ਕਰ ਲਾਂ। ਔਰ ਜਿੰਨੇ ਮੈਂ ਪੈਸੇ ਲੈਣਾ ਉਹਦੇ ਤੋਂ ਜੇ ਵੱਧ ਨਹੀਂ ਤੇ ਘੱਟ ਤੋਂ ਘੱਟ ਕੰਮ ਤੇ ਨਾ ਕਰਾਂ, ਮਤਲਬ ਇਮਾਨਦਾਰੀ ਨਾਲ ਕਰ ਲਓ। ਤੇ ਤੀਜੀ ਗੱਲ ਹੈ ਕਿ ਅਸੀਂ ਸੋਚਣਾ ਹੈ ਕੁਛ ਨਾ ਕੁਛ, ਸਾਡੇ ਮਨ ਦੇ ਅੰਦਰ ਵਿਚਾਰ ਆਉਣੇ ਨੇ। ਇਹਨਾਂ ਤੋਂ ਬਿਨਾਂ ਬੰਦਾ ਰਹਿ ਨਹੀਂ ਸਕਦਾ, ਮਨ ਵਿੱਚ ਵਿਚਾਰ ਆਣੇ ਹੀ ਆਣੇ ਨੇ। ਤਾਂ ਜਦੋਂ ਮਨ ਦੇ ਅੰਦਰ ਵਿਚਾਰ ਆਉਣੇ ਨੇ, ਇਕੱਲੇ ਬੈਠੇ ਹੋ ਜਾਂ ਸੋਚ ਰਹੇ ਹੋ ਕਿ ਅੱਜ ਮੈਂ ਫਲਾਂ ਬੰਦੇ ਦੀਆਂ ਚੁਗਲੀਆਂ ਦੂਜੇ ਕੋਲ ਜਾ ਕੇ ਕਰਨੀਆਂ ਨੇ, ਜਾਂ ਉਸ ਬੰਦੇ ਨੂੰ ਧੋਖਾ ਦੇਣਾ ਹੈ, ਜਾਂ ਅਸੀਂ ਸੋਚ ਰਹੇ ਹਾਂ ਕਿ ਮੈਂ ਤੇ ਨਿਕੰਮਾ ਹਾਂ, ਮੈਂ ਤੇ ਕੁਛ ਕਰ ਨਹੀਂ ਸਕਦਾ, ਮੈਨੂੰ ਤੇ ਹਮੇਸ਼ਾ ਬਿਮਾਰੀ ਚੰਬੜੀ ਰਹਿੰਦੀ ਹੈ, ਮੇਰੇ ਤੋਂ ਤੇ ਕਾਮਯਾਬ ਨਹੀਂ ਹੋਇਆ ਜਾਣਾ, ਮੈਨੂੰ ਤੇ ਕੋਈ ਪਿਆਰ ਹੀ ਨਹੀਂ ਕਰਦਾ, ਮੈਨੂੰ ਤੇ ਕੋਈ ਚੰਗਾ ਹੀ ਨਹੀਂ ਸਮਝਦਾ। ਹੁਣ ਇਹ ਵਿਚਾਰ ਆ ਰਹੇ ਨੇ ਨਾ, ਤਾਂ ਜਦੋਂ ਸੋਚਣਾ ਹੀ ਹੈ ਤੇ ਐਵੇਂ ਨਾ ਸੋਚੋ, ਐਵੇਂ ਸੋਚ ਲਓ ਕਿ ਐਸ ਪ੍ਰਭੂ ਦੀ ਯੂਨੀਵਰਸ ਦੇ ਅੰਦਰ ਮੈਂ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਹਾਂ, ਮੇਰੇ ਅੰਦਰ ਹਰ ਕੰਮ ਕਰਨ ਦੀ ਤਾਕਤ ਹੈ, ਮੈਂ ਕਾਮਯਾਬ ਹੋ ਸਕਦਾ ਹਾਂ, ਮੈਂ ਇੱਕ ਸੱਚਾ ਸੁੱਚਾ ਇਨਸਾਨ ਹਾਂ, ਮੈਂ ਚੰਗੇ ਕਰਮ ਕਰਨੇ ਨੇ, ਮੇਰੀ ਜ਼ਿੰਦਗੀ ਠੀਕ ਰਾਹਾਂ ਤੇ ਜਾ ਰਹੀ ਹੈ। ਇਸ ਤਰ੍ਹਾਂ ਸੋਚ ਲਓ, ਕੌਨਫੀਡੈਂਸ ਆਪਣੇ ਅੰਦਰ ਪੈਦਾ ਕਰ ਲਓ। ਜਦੋਂ ਸੋਚਣਾ ਹੀ ਹੈ ਤੇ ਐਵੇਂ ਸੋਚ ਲਓ। ਦੂਜੀ ਸੋਚ ਆ ਰਹੀ ਹੈ ਮੇਰੇ ਅੰਦਰ ਕਿ ਮੈਂ ਹੀ ਸਭ ਤੋਂ ਵੱਡਾ ਹਾਂ, ਮੈਂ ਹੀ ਸਭ ਤੋਂ ਮਹਾਨ ਹਾਂ, ਬਾਕੀ ਤੇ ਨਿਕੰਮੇ ਨੇ, ਤਾਂ ਐਵੇਂ ਨਾ ਸੋਚੋ। ਇਹਦੀ ਬਜਾਏ ਐਵੇਂ ਸੋਚ ਲਓ ਕਿ ਮੈਂ ਵੀ ਦੂਜੇ ਬੰਦਿਆਂ ਵਰਗਾ ਬੰਦਾ ਹਾਂ, ਦੂਜੇ ਬੰਦੇ ਵੀ ਮੇਰੇ ਵਰਗੇ ਬੰਦੇ ਨੇ, ਮੈਂ ਸਾਰਿਆਂ ਦੇ ਨਾਲ ਮਿਲ ਕੇ ਪਿਆਰ ਮੁਹੱਬਤ ਦੇ ਨਾਲ ਰਹਿਣਾ ਹੈ, ਔਰ ਇਹ ਦੁਨੀਆ ਬੜੀ ਸੁਹਾਵਣੀ ਹੈ, ਇਹ ਦੁਨੀਆ ਬੜੀ ਚੰਗੀ ਹੈ, ਇਸ ਸਮਾਜ ਨੂੰ ਅਸੀਂ ਚੰਗਿਆ ਬਣਾਉਣਾ ਹੈ, ਸੋਹਣਾ ਬਣਾਉਣਾ ਹੈ। ਐਵੇਂ ਸੋਚ ਲਓ ਤਾਂ ਸਾਡੀ ਜ਼ਿੰਦਗੀ ਸਫਲ ਹੋ ਸਕਦੀ ਹੈ। ਇਹਨੂੰ ਕਹਿੰਦੇ ਨੇ ਕਹਿਨ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ। ਜਿਹੜੇ ਕਹਿੰਦੇ ਵੀ ਇਹ ਕਰਮ ਨੇ, ਗੁਣ ਨੇ, ਸੁਣਦੇ ਵੀ ਐਸੇ ਕਰਮ ਨੇ, ਗੁਣ ਨੇ, ਔਰ ਜੋ ਮਨ ਬਚਨ ਕਰਮ ਕਰਕੇ ਗੁਣਾਂ ਦੇ ਧਾਰਨੀ ਹੁੰਦੇ ਨੇ, ਉਹ ਅਸਲੀ ਰੱਬ ਦੇ ਭਗਤ ਨੇ ਤੇ ਉਹਨਾਂ ਦਾ ਜੀਵਨ ਸੁਹਾਵਣਾ ਬਣ ਜਾਂਦਾ ਹੈ। ਤਾਂ ਇਸ ਤਰ੍ਹਾਂ ਸਾਡਾ ਆਪਣਾ ਜੀਵਨ ਵੀ, ਪਰਿਵਾਰਕ ਜੀਵਨ ਵੀ, ਇਹ ਸੰਸਾਰ ਵੀ ਸੁਹਾਵਣਾ ਹੋ ਸਕਦਾ ਹੈ। ਕਿੰਨਾ ਸਿੰਪਲ, ਕਿੰਨਾ ਸੌਖਾ ਤਰੀਕਾ ਗੁਰੂ ਜੀ ਸਾਨੂੰ ਆਪਣੇ ਜੀਵਨ ਨੂੰ ਸੁਹਾਵਣਾ ਬਣਾਉਣ ਦਾ ਦੱਸ ਰਹੇ ਨੇ। ਤੇ ਜੇ ਕੋਈ ਇੰਨਾ ਸੌਖਾ ਤਰੀਕਾ ਅਪਣਾ ਕੇ ਵੀ ਆਪਣੇ ਜੀਵਨ ਨੂੰ, ਪਰਿਵਾਰ ਦੇ ਜੀਵਨ ਔਰ ਸਮਾਜ ਨੂੰ ਸੋਹਣਾ ਨਾ ਬਣਾਏ, ਇੰਨਾ ਸੌਖਾ ਤਰੀਕਾ ਹੁੰਦਿਆਂ ਹੋਇਆਂ ਵੀ ਜੇ ਕੋਈ ਦੁਖੀ ਔਰ ਅਸ਼ਾਂਤ ਰਹੇ, ਉਹਦਾ ਤੇ ਫਿਰ ਕੁਝ ਨਹੀਂ ਹੋ ਸਕਦਾ, ਕਿਉਂਕਿ ਉਹ ਆਪ ਦੁਖੀ ਹੋ ਰਿਹਾ ਨਾ। ਅਗਲਾ ਬਚਨ ਕਰਦੇ ਨੇ, ਅਗੰਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ। ਅਗੰਮ ਦਾ ਮਤਲਬ ਜੋ ਸਾਡੀ ਪਹੁੰਚ ਤੋਂ ਪਰੇ ਹੈ, ਅਗੋਚਰ ਦਾ ਮਤਲਬ ਜੋ ਸਾਡੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਾਹਿਬ ਦਾ ਮਤਲਬ ਮਾਲਕ ਹੈ, ਪ੍ਰਭੂ ਅਪਹੁੰਚ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਭ ਦਾ ਮਾਲਕ ਹੈ। ਦੂਸਰ ਲਵੇ ਨਾ ਲਾਵੇ ਦਾ ਮਤਲਬ ਕੋਈ ਦੂਜਾ ਉਹਦੀ ਬਰਾਬਰੀ ਨਹੀਂ ਕਰਦਾ। ਲਵੇ ਨਾ ਲਾਵੇ ਦਾ ਮਤਲਬ ਬਰਾਬਰੀ ਨਹੀਂ ਕਰ ਸਕਦਾ। ਰੱਬ ਦੀ ਬਰਾਬਰੀ ਕੋਈ ਨਹੀਂ ਕਰਦਾ, ਰੱਬ ਦੇ ਬਰਾਬਰ ਦਾ ਕੋਈ ਨਹੀਂ ਹੈ। ਰੱਬ ਹੈ ਹੀ ਇੱਕ, ਆ ਸਾਰਾ ਸੰਸਾਰ ਇੱਕ ਹੀ ਪਸਰਿਆ ਹੋਇਆ ਹੈ, ਉਹਦੇ ਮੁਕਾਬਲੇ ਤੇ ਦੂਜਾ ਹੈ ਹੀ ਨਹੀਂ, ਹੈ ਹੀ ਇੱਕ, ਇੱਕ ਓੰਕਾਰ, ਇੱਕ ਹੀ ਪਸਰਿਆ ਹੋਇਆ ਹੈ। ਤਾਂ ਦੂਜੇ ਦਾ ਸਵਾਲ ਹੀ ਨਹੀਂ ਹੈ, ਦੂਜੇ ਨੂੰ ਆਪਣੇ ਅੰਦਰੋਂ ਮਿਟਾ ਦਿਓ। ਜਦੋਂ ਹੈ ਹੀ ਇੱਕ, ਮੈਂ ਔਰ ਤੁਸੀਂ ਸਾਰੇ ਇੱਕੋ ਸਿਸਟਮ ਵਿੱਚ ਜੀ ਰਹੇ ਹਾਂ, ਤੇ ਫਿਰ ਆਪਣੇ ਪਰਾਏ ਦੇ ਵਿਤਕਰੇ ਖਤਮ ਕਰ ਦਿਓ। ਫਿਰ ਆਪਣੇ ਨਾਲ ਚੰਗਾ ਬਿਹੇਵੀਅਰ ਤੇ ਦੂਜਿਆਂ ਦੇ ਨਾਲ ਮਾੜਾ ਬਿਹੇਵੀਅਰ ਨਾ ਕਰੋ।
ਫਿਰ ਜੈਸਾ ਬਿਹੇਵੀਅਰ ਦੂਜਿਆਂ ਤੋਂ ਆਪਣੇ ਵਾਸਤੇ ਚਾਹੁੰਦੇ ਹੋ, ਉਹੋ ਜਿਹਾ ਬਿਹੇਵੀਅਰ ਦੂਜਿਆਂ ਦੇ ਨਾਲ ਵੀ ਕਰੋ। ਜਿਹੜੇ ਬੋਲ ਦੂਜਿਆਂ ਤੋਂ ਪਿਆਰ ਸਤਿਕਾਰ ਵਾਲੇ ਆਪਣੇ ਲਈ ਸੁਣਨਾ ਚਾਹੁੰਦੇ ਹੋ, ਉਸੇ ਤਰ੍ਹਾਂ ਦੇ ਪਿਆਰ ਸਤਿਕਾਰ ਵਾਲੇ ਬੋਲ ਦੂਜਿਆਂ ਵਾਸਤੇ ਬੋਲੋ। ਜਿਵੇਂ ਦਾ ਬਿਹੇਵੀਅਰ ਆਪਣੇ ਬੱਚਿਆਂ ਨਾਲ ਕਰਦੇ ਹੋ, ਦੂਜਿਆਂ ਨਾਲ ਵੀ ਉਵੇਂ ਦਾ ਕਰੋ। ਦੂਜਾ ਹੈ ਹੀ ਨਹੀਂ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭੂ ਅਗੰਮ ਹੈ, ਅਗੋਚਰ ਹੈ, ਪਰੇ ਤੋਂ ਪਰੇ ਹੈ, ਉਹਦੀ ਬਰਾਬਰੀ ਕੋਈ ਦੂਜਾ ਨਹੀਂ ਕਰਦਾ। ਆ ਪੀਰ ਫਕੀਰ, ਮੜੀਆਂ ਕਬਰ, ਦੇਵੀਆਂ ਦੇਵਤੇ, ਕਿੰਨਾ ਸਾਰਾ ਅਸੀਂ ਦੂਜਾ ਸਿਰਜ ਕੇ ਬੈਠੇ ਹਾਂ। ਸੱਚ ਪੂਰੇ ਗੁਰ ਉਪਦੇਸਿਆ, ਨਾਨਕ ਸੁਣਾਵੇ। ਗੁਰ ਦਾ ਮਤਲਬ ਗੁਰੂ ਨੇ, ਪੂਰੇ ਗੁਰ ਦਾ ਮਤਲਬ ਪੂਰੇ ਗੁਰੂ ਨੇ, ਉਪਦੇਸ਼ਾ ਦਾ ਮਤਲਬ ਨੇੜੇ ਵਿਖਾ ਦਿੱਤਾ, ਤੇ ਸੱਚ ਦਾ ਮਤਲਬ ਸਦਾ ਥਿਰ ਪ੍ਰਭੂ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਨੇ ਪ੍ਰਭੂ ਨੂੰ ਬਿਲਕੁਲ ਨਜ਼ਦੀਕ ਦਿਖਾ ਦਿੱਤਾ ਹੈ, ਕਿ ਪ੍ਰਭੂ ਬਿਲਕੁਲ ਨੇੜੇ ਵਸਦਾ ਹੈ। ਨਾਨਕ ਸੁਣਾਵੇ, ਨਾਨਕ ਦੇ ਕੱਕੇ ਥੱਲੇ ਔਂਕੜ ਹੈ, ਇੱਥੇ ਕਰਤਾ ਕਾਰਕ ਇੱਕ ਵਚਨ ਹੈ ਨਾਨਕ। ਗੁਰੂ ਜੀ ਆਪਣੀ ਗੱਲ ਕਰ ਰਹੇ ਨੇ ਕਿ ਨਾਨਕ ਸਦਾ ਉਸ ਪ੍ਰਭੂ ਦੀ ਸਿਫਤ ਸਲਾਹ ਸੁਣਾਉਂਦਾ ਹੈ। ਨਾਨਕ ਸੁਣਾਵੇ ਦਾ ਮਤਲਬ ਨਾਨਕ ਸੁਣਾ ਰਿਹਾ ਹੈ। ਨਾਨਕ ਹਮੇਸ਼ਾ ਉਸ ਪ੍ਰਭੂ ਦੀ ਗੱਲ ਕਰਕੇ ਸੁਣਾਉਂਦਾ ਹੈ, ਜਿਹੜਾ ਪ੍ਰਭੂ ਨੇੜੇ ਹੈ। ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ। ਉਪਦੇਸ਼ਿਆ ਦਾ ਮਤਲਬ ਨੇੜੇ ਵਿਖਾ ਦਿੱਤਾ। ਇਹ ਐਸਾ ਉਪਦੇਸ਼ ਦਿੱਤਾ ਕਿ ਉਹ ਪ੍ਰਭੂ ਪਰਮਾਤਮਾ ਬਿਲਕੁਲ ਨਜ਼ਦੀਕ ਵਸਦਾ ਹੈ। ਐਸਾ ਉਪਦੇਸ਼ ਦਿੱਤਾ ਹੈ, ਅੰਦਰ ਵਸਦਾ ਹੈ, ਹਰ ਇੱਕ ਦੇ ਅੰਦਰ ਵਸਦਾ ਹੈ। ਜਿਹੜਾ ਪ੍ਰਭੂ ਗੁਰੂ ਨੇ ਨਾਨਕ ਨੂੰ ਨੇੜੇ ਵਿਖਾਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਨੇ, ਗੁਰੂ ਅਰਜਨ ਪਾਤਸ਼ਾਹ ਜੀ, ਕਿ ਮੈਂ ਉਸ ਪ੍ਰਭੂ ਦੀ ਸਿਫਤ ਸਲਾਹ ਸੁਣਾ ਰਿਹਾ ਹਾਂ, ਮੈਂ ਉਹਦੀ ਹਮੇਸ਼ਾ ਗੱਲ ਕਰਦਾ ਹਾਂ, ਜੋ ਗੁਰੂ ਨੇ ਨਜ਼ਦੀਕ ਵਿਖਾਇਆ ਹੈ ਕਿ ਉਹ ਬਿਲਕੁਲ ਨੇੜੇ ਵਸਦਾ ਹੈ, ਉਹ ਦੂਰ ਨਹੀਂ ਹੈ, ਜਰਰੇ ਜਰਰੇ ਦੇ ਅੰਦਰ ਰਮਿਆ ਹੋਇਆ ਹੈ। ਨਾਨਕ ਉਹਦੀ ਗੱਲ ਕਰਦਾ ਹੈ, ਨਾਨਕ ਉਹਦੇ ਗੁਣ ਗਾਉਂਦਾ ਹੈ। ਤਾਂ ਗੁਰੂ ਦੀ ਰਹਿਮਤ ਔਰ ਬਖਸ਼ਿਸ਼ ਕਰਨ ਅਸੀਂ ਵੀ ਉਸ ਪ੍ਰਭੂ ਦੇ ਗੁਣ ਗਾ ਸਕੀਏ, ਅਸੀਂ ਵੀ ਉਸ ਪ੍ਰਭੂ ਦੇ ਨਾਲ ਜੁੜ ਸਕੀਏ ਔਰ ਉਸ ਪ੍ਰਭੂ ਦੀ ਰਹਿਮਤ ਦੇ ਪਾਤਰ ਬਣ ਸਕੀਏ। ਇੱਥੇ ਹੁਣ ਆਪ ਦੇਖ ਰਹੇ ਹੋ, ਸੱਚ ਪੂਰੇ ਗੁਰ ਉਪਦੇਸਿਆ, ਨਾਨਕ ਸੁਣਾਵੇ। ਇੱਥੇ 3 ਔਰ 3 ਦੇ ਅੱਗੇ ਇੱਕ ਅੰਕ ਹੈ। ਪਹਿਲਾ ਜੋ 3 ਹੈ, ਇਹਦਾ ਮੀਨਿੰਗ ਹੈ ਕਿ ਇੱਕ ਵਾਰ ਦੀਆਂ, ਇਸ ਵਾਰ ਦੀਆਂ 3 ਪੌੜੀਆਂ ਨੇ, ਇਸ ਵਾਰ ਦੀਆਂ 3 ਪੌੜੀਆਂ ਨੇ। ਤੇ ਅੱਗੇ ਇੱਕ ਦਾ ਮਤਲਬ ਕਿ ਇਹ ਇੱਕ ਵਾਰ ਪੂਰੀ ਹੋ ਗਈ ਹੈ। ਗੁਰੂ ਜੀ ਨੇ ਇੱਥੇ ਇਸ਼ਾਰਾ ਕਰ ਦਿੱਤਾ ਹੈ ਕਿ ਇੱਕ ਵਾਰ ਪੂਰੀ ਹੋ ਗਈ। ਇਹਦਾ ਮਤਲਬ ਇਹ ਵਾਰ ਅਧੂਰੀ ਨਹੀਂ ਹੈ, ਇਹ ਵਾਰ ਆਪਣੇ ਆਪ ਦੇ ਅੰਦਰ ਬਿਲਕੁਲ ਮੁਕੰਮਲ ਹੈ। ਤਾਂ ਗੁਰੂ ਦੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰ ਸਕੀਏ ਤੇ ਗੁਰਬਾਣੀ ਮੁਤਾਬਕ ਆਪਣਾ ਜੀਵਨ ਬਸਰ ਕਰ ਸਕੀਏ।